बुरा वक्त हो तो लोग अजमाने लगते हैं, बड़े भी छोटों को आंखें दिखाने लगते हैं। कभी देखना नए अमीरों के घर जाकर छोटी छोटी चीज़ों की भी कीमत बताने लगते हैं, छोटी छोटी चीज़ों की भी कीमत बताने लगते हैं। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵਿਦਿਆ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ। ਵਿਚਾਰਨ ਦੀ ਗੱਲ ਦੋਸਤੋ, ਕੱਲ ਨੂੰ ਫੈਬਰਵਰੀ 20 ਹੈ ਤੇ ਪੰਜਾਬ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਇਸ ਨੂੰ ਕਿਹਾ ਜਾ ਰਿਹਾ ਹੈ ਕਿ ਇਹ 2022 ਦੀਆਂ ਇਹ ਚੋਣਾਂ ਨਹੀਂ ਹੈ, ਇਹ ਕੜਮਾਸ 2022 ਹੈ ਜੀ। ਇਸ ਵੇਲੇ ਸੱਚਮੁੱਚ ਇਹੋ ਜਿਹੀ ਪੋਜੀਸ਼ਨ ਬਣੀ ਹੋਈ ਹੈ ਪਾਰਟੀਆਂ ਦੀ ਵੀ ਤੇ ਅਲੱਗ-ਅਲੱਗ ਕੈਂਡੀਡੇਟਸ ਦੀ ਵੀ ਕਿ ਸਮਝ ਨਹੀਂ ਆ ਰਿਹਾ ਕਿ ਕੌਣ ਕਿਸ ਨੂੰ ਕਿਵੇਂ ਵੋਟ ਪਾਏਗਾ ਤੇ ਕਿਹੜੀ ਪਾਰਟੀ ਸਰਕਾਰ ਬਣਾਏਗੀ। ਕਿਤੇ ਹੰਗ ਪਾਰਲੀਮੈਂਟ ਨਾ ਹੋ ਜਾਏ ਕਿ ਜਿਹੜੀਆਂ 117 ਚੋਂ 59 ਸੀਟਸ ਮਿਲਣੀਆਂ ਜ਼ਰੂਰੀ ਨੇ ਸਰਕਾਰ ਬਣਾਉਣ ਲਈ, ਕੋਈ ਵੀ ਇਹ ਪਾਰਟੀ ਅਚੀਵ ਕਰ ਪਾਏਗੀ ਕਿ ਨਹੀਂ। ਜੇ ਦੇਖਿਆ ਜਾਏ, ਅਕਾਲੀ ਦਲ 19 ਸਾਲ ਰਾਜ ਕੀਤਾ, 5 ਵਾਰ ਪ੍ਰਕਾਸ਼ ਸਿੰਘ ਬਾਦਲ ਜੀ ਚੀਫ ਮਿਨਿਸਟਰ ਬਣੇ ਆ। ਕਿੰਨਾ ਉਹਨਾਂ ਨੇ ਕਰਜ਼ਾ ਸਿਰ ਤੇ ਚੜਾਇਆ ਪੰਜਾਬ ਦੇ, 3 ਲੱਖ ਕਰੋੜ ਰੁਪਈਆ ਇਸ ਵੇਲੇ ਕਰਜ਼ਾ ਸਿਰ ਤੇ ਚੜ ਚੁੱਕਾ। ਜੇ ਲੋਕ ਸਾਰੇ, ਇੰਡਸਟਰੀ ਵਾਲੇ ਸਾਰੇ ਟੈਕਸ ਦੇ ਰਹੇ ਸੀ, ਇਹ ਪੈਸਾ ਗਿਆ ਤੇ ਗਿਆ ਕਿੱਥੇ? ਇਸ ਦਾ ਮਤਲਬ ਇਹ ਸਰਕਾਰ ਜ਼ਿੰਮੇਦਾਰ ਹੈ। ਉਸ ਤੋਂ ਬਾਅਦ ਕਾਂਗਰਸ ਨੇ ਰਾਜ ਕੀਤਾ ਹੈ। ਕਾਂਗਰਸ ਦੇ ਵਿੱਚ ਇਸ ਵੇਲੇ ਇੰਨੀ ਫੁੱਟ ਪਈ ਹੋਈ ਹੈ ਕਿ ਮੈਂ ਚੀਫ ਮਿਨਿਸਟਰ ਬਣਾ, ਮੈਂ ਚੀਫ ਮਿਨਿਸਟਰ ਬਣਾ, ਮੇਰੇ ਮੁੰਡੇ ਨੂੰ ਟਿਕਟ ਦੇ ਦਿਓ, ਮੇਰੇ ਭਰਾ ਨੂੰ, ਮੇਰੇ ਫਲਾਣੇ ਨੂੰ ਟਿਕਟ ਨਹੀਂ ਮਿਲੀ, ਉਹ ਰੁੱਸਿਆ ਫਿਰਦਾ, ਕੋਈ ਆਮ ਪਾਰਟੀ ਚਲਾ ਗਿਆ, ਕੋਈ ਆਮ ਪਾਰਟੀ ਚੋਂ ਕਾਂਗਰਸ 'ਚ ਆ ਗਿਆ, ਕੋਈ ਲੋਕ ਇਨਸਾਫ ਚਲਾ ਗਿਆ, ਕੋਈ ਕਿਤੇ ਚਲਾ ਗਿਆ। ਇਹ ਕਾਹਦੀਆਂ ਇੰਨੀਆਂ ਭਾਜੜਾਂ? ਇਹ ਲੀਡਰ ਜਿਹੜੇ ਆ 100-100, 200-200, 400-400 ਕਰੋੜ ਦੀਆਂ ਕਿਵੇਂ ਆਪਣੀਆਂ ਪ੍ਰਾਪਰਟੀਆਂ ਬਣਾ ਲੈਂਦੇ ਆ ਕਿ ਸਰਕਾਰ ਜਿਹੜੇ ਪੈਸੇ ਪਬਲਿਕਲੀ ਰੱਖਦੀ ਆ, ਇਹ ਲੂਪ ਹੋਲਸ ਦੇ ਰਾਹੀਂ ਆਪਣੀਆਂ ਜੇਬਾਂ 'ਚ ਨਹੀਂ ਪਾ ਕੇ ਕਿਤੇ ਪ੍ਰਾਈਵੇਟ ਪ੍ਰਾਪਰਟੀਆਂ ਬਣਾਈ ਜਾਂਦੇ। ਜੇ ਆਮ ਪਾਰਟੀ ਦੀ ਗੱਲ ਕਰੋ, ਆਮ ਆਦਮੀ ਪਾਰਟੀ ਨਵੀਂ ਧਿਰ ਹੈ, ਉੱਠ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਸਰਵੇ ਵਿੱਚ ਇਹ ਵੀ ਆ ਰਿਹਾ ਹੈ ਕਿ ਸ਼ਾਇਦ ਤੀਸਰੀ ਪਾਰਟੀ ਨੂੰ ਉਹ ਅੱਗੇ ਆਉਣ ਦੇਣ ਤੇ ਦੇਖਣਾ ਚਾਹਣ ਕਿ ਦੋਨੋਂ ਪਾਰਟੀਆਂ ਨੂੰ ਇੱਕ ਪਾਸੇ ਛੱਡ ਕੇ ਤੇ ਤੀਸਰੀ ਨੂੰ ਇੱਕ ਵਾਰੀ ਅਜਮਾ ਕੇ ਦੇਖ ਲਿਆ ਜਾਏ। ਬਿਲਕੁਲ ਜੀ, ਅਗਰ ਇੰਨੇ ਸਾਲ ਇੱਧਰ ਨਹੀਂ ਕੰਮ ਚੱਲਿਆ ਤੇ ਕੋਈ ਨਵਾਂ ਜਿਹੜਾ ਆਪਾਂ ਕੋਈ ਤਰੀਕਾ ਟਰਾਇਲ ਕਰਕੇ ਦੇਖ ਲਈਏ ਕਿ ਸ਼ਾਇਦ ਉੱਧਰ ਕੰਮ ਬਣ ਜਾਏ। ਪਰ ਜੋ ਵੀ ਕੈਂਡੀਡੇਟ ਚੁਣਨੇ ਨੇ, ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਉਹ ਕੈਂਡੀਡੇਟ ਚੰਗਾ ਪੜ੍ਹਿਆ ਲਿਖਿਆ ਤੇ ਅੱਛੇ ਕੰਮ ਕਰਨ ਵਾਲਾ ਹੋਵੇ, ਅਜਮਾਇਆ ਹੋਇਆ ਹੋਵੇ। ਉਸ ਨੂੰ ਜੇ ਲੋਕ ਜਾਣਦੇ ਹੋਣ ਵੀ ਹਾਂ ਇਹਨੇ ਕੀ ਕੰਮ ਕੀਤਾ। ਤੇ ਕ੍ਰਿਮੀਨਲ ਬੰਦਿਆਂ ਨੂੰ ਬਿਲਕੁਲ ਹੀ ਨਾ ਚੁਣਿਆ ਜਾਵੇ ਜਿਨ੍ਹਾਂ ਦੇ ਉੱਤੇ ਕ੍ਰਾਈਮ ਦਾ ਕੋਈ ਚਾਰਜ ਹੈ, ਕਿਉਂਕਿ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਹੋਇਆ, ਖਾਸ ਤੌਰ ਤੇ ਵੱਡੇ ਗਬਨ ਤੇ ਜਾਂ ਕਿਸੇ ਨੇ ਮਰਡਰ ਕੀਤੇ ਹੋਏ ਆ, ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਨਾ ਅੱਗੇ ਆਉਣ ਦਿਓ, ਕਿਉਂਕਿ ਇਹ ਲੋਕਾਂ ਦੇ ਹੱਥ 'ਚ ਪਾਵਰ ਹੈ। ਇਸ ਨੂੰ ਇਸਤੇਮਾਲ ਕਰੋ ਤਾਂ ਕਿ ਸਾਡੇ ਉਸ ਪੰਜਾਬ ਦਾ, ਜੋ ਸਾਡੀ ਜਨਮ ਭੂਮੀ ਹੈ, ਉਸ ਦਾ ਭਵਿੱਖ ਜਿਹੜਾ ਸੁਨਹਿਰਾ ਬਣ ਸਕੇ। ਪੇਸ਼ ਹੈ ਇੱਕ ਜੋਕ। ਇੱਕ ਵਾਈਫ ਆਪਣੇ ਹਸਬੈਂਡ ਨੂੰ ਜਵਾਬ ਦਿੰਦੀ ਆ, ਮੈਂ ਕਿਹਾ ਜੀ ਸੁਣਦੇ ਹੋ? ਤੇ ਹਸਬੈਂਡ ਅੱਗੇ ਕਹਿੰਦਾ, ਜਦੋਂ ਦਾ ਵਿਆਹ ਹੋਇਆ ਸੁਣਦਾ ਹੀ ਆ, ਬੋਲਣ ਦਾ ਮੌਕਾ ਦਿੱਤਾ ਕਦੀ ਮੈਨੂੰ? Marvelous English speaking course, the best course for ESL, you betcha. East or West, Professor Verdi is the best. प्रोफेसर बिरदी और इनका प्रोग्राम आता है बेड़ा खुशियांदा और ਤੁਸੀਂ ਵੇਖਦੇ ਰਹਿੰਦੇ ਹੋ, ਤੁਹਾਨੂੰ ਮਜ਼ਾ ਆ ਰਿਹਾ ਹੋਗਾ, ਮੈਨੂੰ ਪਤਾ ਹੈ ਤੁਸੀਂ ਇੰਜੋਏ ਵੀ ਕਰਦੇ ਹੋ। ਭਾਜੀ ਤੁਸੀਂ ਤਾਂ ਕਮਾਲ ਕਰਦੇ ਹੋ ਭਾਜੀ, ਤੁਹਾਡਾ प्रोग्राम में बड़ी तारीफ सुनिया मैं। जनाब, मैं तो आपकी तरफ देख के आपसे इंस्पिरेशन लेके ये सब करता हूँ जी। शुक्रिया आपका, थैंक यू वेरी मच। आपको बहुत बहुत मुबारक। बेड़ा खुशियांदा देखते रहिए, इंजॉय कीजिए। ਦੋਸਤੋ, ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਵਾਸਤੇ ਇੱਥੇ ਕੈਨੇਡਾ ਸਰੀ ਦੇ ਵਿੱਚ ਪੰਜਾਬ ਭਵਨ, ਸੁਖੀ ਬਾਠ ਜੀ ਤੇ ਹੋਰ ਵੀ ਪੰਜਾਬੀ ਲੇਖਕ ਜੋ ਨੇ, ਉਹ ਬਹੁਤ ਆਪਣੇ ਜ਼ਬਰਦਸਤ ਉਪਰਾਲੇ ਕਰ ਰਹੇ ਨੇ ਤੇ ਦੁਨੀਆ ਭਰ ਵਿੱਚ ਪੰਜਾਬੀ ਜਿੱਥੇ ਜਿੱਥੇ ਵਸਦੇ ਨੇ, ਉਹ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਪੂਰੀ ਆਪਣੀ ਵਾਹ ਲਾ ਰਹੇ ਨੇ। ਤੋ ਅਸੀਂ, ਮੇਰੇ ਇੱਕ ਫੇਸਬੁੱਕ ਫਰੈਂਡ ਜਲੰਧਰ ਸ਼ਹਿਰ ਤੋਂ, ਪੰਜਾਬ ਤੋਂ ਵਰਿੰਦਰ ਸਿੰਘ ਵਿਰਦੀ ਬਣੇ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਕਿ ਕੱਲ ਤਾਰਨ ਗੁਰੂ ਨਾਨਕ ਆਇਆ, ਔਰ ਇਹ ਕਿਤਾਬ ਪਿਛਲੇ ਹਫਤੇ ਅਸੀਂ ਪੰਜਾਬ ਭਵਨ ਦੇ ਵਿੱਚ ਰਿਲੀਜ਼ ਕੀਤੀ। ਆਪਣਾ ਬਿਰਦ ਸਮਾਰੇ ਔਖੀ ਕੜੀ ਨਾ
ਸਾਡਾ ਕੈਨੇਡਾ। ਦੋਸਤੋ ਤੁਹਾਨੂੰ ਇਹ ਚੀਜ਼ ਪਤਾ ਹੈ ਕਿ ਕੈਨੇਡਾ ਜੋ ਹੈ ਇਸ ਦੇ ਵਿੱਚ ਅਕੇਡੀਅਨਸ ਇੱਕ ਐਸਾ ਵਰਡ ਆਉਂਦਾ ਹੈ ਕਿ ਅਕੇਡੀਅਨ ਲੋਕ ਕਿਹੜੇ ਨੇ, ਆਪਾਂ ਕਦੀ ਉਹ ਆਮ ਬੰਦੇ ਨੇ ਸੁਣਿਆ ਹੀ ਨਹੀਂ। ਜਿਹੜਾ ਸਿਰਫ ਸਿਟੀਜ਼ਨਸ਼ਿਪ ਪੜ੍ਹਨ ਜਾਂਦਾ ਹੈ ਉਹਨਾਂ ਨੂੰ ਹੀ ਸ਼ਾਇਦ ਉਹ ਪਤਾ ਹੋਏਗਾ ਵਰਡ। ਅਕੇਡੀਅਨਸ ਲੋਕ ਉਹ ਫ੍ਰੈਂਚ ਲੋਕ ਨੇ ਜਿਹੜੇ 1604 ਦੇ ਵਿੱਚ ਫ੍ਰੈਂਚ 8500 ਟੋਟਲ ਆਏ ਸਨ। 2 ਕੈਪਟਨ ਉਹਨਾਂ ਨੂੰ ਲੈ ਕੇ ਆਏ ਸਨ, ਸੈਮੂਅਲ ਦਾ ਸ਼ੈਂਪਲੇਨ ਐਂਡ ਪੀਰੇ ਦਾ ਮੌਂਟਸ। ਉਹਨਾਂ ਲੋਕਾਂ ਦੀ ਜਨਰੇਸ਼ਨ ਫ੍ਰੈਂਚ ਲੋਕਾਂ ਦੀ ਜਿਹੜੀ ਅੱਜ ਵੀ ਇੱਥੇ ਚੱਲ ਰਹੀ ਹੈ, ਜਿਹੜੇ ਉਦੋਂ ਡਿਪੋਰਟ ਹੋਏ ਕੁਝ ਤੇ ਬਾਕੀ ਜਿਹੜੇ ਰਹਿ ਗਏ, ਉਹਨਾਂ ਦੇ ਵਿੱਚ ਜਿਹੜੇ ਅੱਜ ਲੋਕ ਨੇ ਉਹ ਫ੍ਰੈਂਚ ਲੋਕ ਅਕੇਡੀਅਨਸ ਅਖਲਵਾਉਂਦੇ ਨੇ, ਅਕੇਡੀਅਨਸ। ਤੇ ਜਿਹੜੇ ਬਾਅਦ ਵਿੱਚ ਫ੍ਰੈਂਚ ਆਏ ਆ ਉਹ ਫ੍ਰੈਂਚ ਤਾਂ ਨੇ ਪਰ ਉਹਨਾਂ ਨੂੰ ਅਸੀਂ ਅਕੇਡੀਅਨਸ ਨਹੀਂ ਕਹਿਣਾ, ਅਕੇਡੀਅਨਸ ਉਹ ਨੇ ਜਿਹੜੇ 1604 ਸਨ ਦੇ ਵਿੱਚ ਜਿਨ੍ਹਾਂ ਦੇ ਵੱਡੇ ਵਡੇਰੇ ਆਏ ਸਨ ਤੇ ਉਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਅੱਗੇ ਇਸ ਵੇਲੇ ਚੱਲ ਰਹੀਆਂ ਨੇ। Hi guys, I would like to thank Marvelous College for providing me with the studying of my Canadian citizenship test. I just passed today. They teach really good. I should definitely recommend it to everybody. Thank you. Another joke, ਇੱਕ ਪੁਲਿਸ ਵਾਲਾ ਇੱਕ ਯੰਗ ਜਿਹੇ ਮੁੰਡੇ ਨੂੰ ਰੋਕਦਾ ਹੈ ਤੇ ਉਹਨੂੰ ਕਹਿੰਦਾ hey man, show me your driving license। ਤੇ ਮੁੰਡਾ ਅੱਗੇ ਨਾ ਆਪਣੇ ਪਿਓ ਦੀ ਟੌਰ ਮਾਰਨ ਲੱਗਦਾ ਹੈ, ਕਹਿੰਦਾ do you know who my father is। ਤੇ ਨੈਲੇ ਤੇ ਦੱਲਾ ਅੱਗੇ ਪੁਲਿਸ ਵਾਲਾ ਜਵਾਬ ਦਿੰਦਾ, ਕਹਿੰਦਾ why, your mother didn't tell you। ਗਮ ਦਾ ਬਾਲ ਦੀ ਐ ਸ਼ਾਮ ਜੀ, ਨੇੜੇ ਡੰਕਨ ਦੇ ਪਾਲ ਦੀ ਐ ਨਾਮ ਜੀ। ਦੀਵਾ ਗਮ ਦਾ ਬਾਲ ਦੀ ਐ ਸ਼ਾਮ ਜੀ, ਨੇੜੇ ਡੰਕਨ ਦੇ ਪਾਲ ਦੀ ਐ ਨਾਮ ਜੀ। ਫਿਰਦੀ ਖੈਰ ਮੰਗੇ, ਫਿਰਦੀ ਖੈਰ ਮੰਗੇ, ਫਿਰਦੀ ਖੈਰ ਮੰਗੇ ਦਿਨ ਰਾਤ ਤੇਰੀ। ਪਿੰਡ ਤੇਰਾ ਤੈਨੂੰ ਯਾਦ ਕਰਦਾ, ਪਿੰਡ ਤੇਰਾ ਤੈਨੂੰ ਯਾਦ ਕਰਦਾ। ਦੋਸਤੋ ਅੱਜ ਤੁਹਾਡੇ ਨਾਲ ਇੱਕ ਵਰਡ ਸ਼ੇਅਰ ਕਰਨ ਜਾ ਰਹੇ ਹਾਂ ਨਵਾਂ, ਆਰਕੇਨ, ARCANE। ਆਰਕੇਨ ਦਾ ਹੋਰ ਜੋ ਸਿਨੋਨਿਮਸ ਨੇ ਜਾਂ ਉਹਦਾ ਮਤਲਬ ਕੀ ਹੈ, ਸੀਕ੍ਰੇਟ ਜਾਂ ਮਿਸਟੀਰੀਅਸ। ਲੋਟਸ ਆਫ ਆਰਕੇਨ ਥਿੰਗਸ ਹੈਪਨ ਇਨ ਆਵਰ ਲਾਈਫ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮਿਸਟੀਰੀਅਸ, ਰਹੱਸਿਆਮਈ, ਸੀਕ੍ਰੇਟ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਸਮਝ ਤੋਂ ਬਾਹਰ ਹੁੰਦੀਆਂ ਨੇ। ਤੋ ਇਸ ਤਰ੍ਹਾਂ ਤੁਸੀਂ ਨਵੇਂ ਤੋਂ ਨਵੇਂ ਵਰਡ ਸਿੱਖਣ ਦੀ ਕੋਸ਼ਿਸ਼ ਕਰੋ। ਇਹਨਾਂ ਨੂੰ ਇਦਾਂ ਸਮਝਿਆ ਕਰੋ ਕਿ ਜਿਵੇਂ ਇੱਕ $100 ਦਾ ਤੁਹਾਡਾ ਬਿੱਲ ਹੈ, ਤੁਸੀਂ ਸਮਝੋ ਕਿ ਇਹ ਵਰਡ ਵੀ ਤੁਸੀਂ ਪਿਕ ਕਰ ਰਹੇ ਹੋ, ਇਸੇ ਤਰ੍ਹਾਂ ਹੀ ਉਹਨੂੰ ਸੰਭਾਲ ਕੇ ਰੱਖਣਾ ਹੈ ਜਿਵੇਂ ਤੁਸੀਂ ਆਪਣੇ ਡਾਲਰ ਸੰਭਾਲ ਕੇ ਰੱਖਦੇ ਹੋ। नमस्कार देवी और सज्जनों, अगर आप कनाडा में बैठे ब्रिटिश कोलंबिया में इंग्लिश सीखना चाहते हैं या आप IELTS, LPI और सेल्फिप का एग्जाम पास करना चाहते हैं, GTP मार्वलस कॉलेज आपकी लाइफ चेंज हो जाएगी। If you act upon my advice, then it would be very nice. If you act upon my advice, then it would be very nice. If you don't do what I mention, then you will be in attention. It's your attention, keep it with you. With it, I have nothing to do. I wanna live like a happy man. India ho, Italy ho, yeah ho, friends. Hello, ladies and gentlemen, come and sing and dance. Life is so short to enjoy. Let's not miss the chance. Hello, ladies and gentlemen, come and sing and dance. Life is so short to enjoy. Let's not miss the chance. Life is so short to enjoy. Let's not miss the chance. Another joke, I advise my wife to embrace all her mistakes. She thought for a while and she hugged me. आँखों वालों को हिंदू और मुसलमान नजर आता है, मैं तो अंधा हूँ भाई, मुझे तो हर शख्स में इंसान नजर आता है।
ਆਪਣਾ ਬਿਰਦ ਸੰਭਾਲੇ, ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਜੀ ਗੁਰਬਾਣੀ ਦੇ ਵਿੱਚ ਆਪਾਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਜੀ ਉਸ ਦੇ ਵਿੱਚ ਆਉਂਦਾ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲਈ, ਤਾਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਜੇ ਜੁਗ ਚਾਰੇ ਆਰਜਾ ਹੋਰ, if somebody has such a long life that he or she can live for all the 4 yugas, Kalyug, Satyug, Dwapar, Treta, ਸਾਰੇ ਯੁਗਾਂ ਜਿੰਨੀ ਉਹਦੀ ਉਮਰ ਹੋਏ, ਜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਇਸ ਤੋਂ ਵੀ 10 ਗੁਣਾ ਹੋਵੇ, even 10 times more than that, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ, all the 9 continents may be knowing him, all the people living there may be knowing the person। ਜੇ ਜੁਗ ਚਾਰੇ ਆਰਜਾ ਤੋਂ ਲੈ ਕੇ ਕਹਿੰਦੇ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ, all must be following him or her। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲਈ, by having a good name might have got the praise from all the worldly or all worldly praises। ਜਿੰਨੀਆਂ ਵੀ ਉਹਨੂੰ ਦੁਨੀਆ ਤੋਂ ਸੋਭਾਵਾਂ ਮਿਲ ਸਕਦੀਆਂ ਨੇ, ਸੋਭਾ ਮਿਲੀ ਹੋਈ ਹੋਵੇ, ਉਹ ਮਿਲਦੀ ਹੋਵੇ ਉਹਨੂੰ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਈ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਚੰਗਾ ਨਾਮ ਰਖਾਈ ਕੇ ਜਸ ਕੀਰਤ ਜਗ ਲਈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। If God doesn't blesses with his almighty grace, nobody cares for him or her। ਇਹ ਸਭ ਕੁਝ ਉਹਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਹੈ, ਤੇ ਹੋ ਸਕਦਾ ਹੈ ਜਦੋਂ ਪਰਮਾਤਮਾ ਨੇ ਕਿਤੇ ਮੁੱਖ ਮੋੜ ਲਿਆ ਤੇ ਫਿਰ ਇਹ ਸਾਰਾ ਕੁਝ ਖਤਮ ਹੋ ਜਾਣਾ ਹੈ। ਯਾਨੀ ਕਿ ਜਿਹੜੇ ਚੰਗੇ ਕੰਮ ਹੁੰਦੇ ਆ, ਆਪਾਂ ਸਾਰੇ ਸੋਚਦੇ ਆ ਕਿ ਇਹ ਮੈਂ ਕੀਤਾ ਹੈ ਨਾ, ਬੜੀ ਗੁੱਡ ਫੀਲਿੰਗ ਹੁੰਦੀ ਹੈ ਵੀ ਮੈਂ, ਜਦੋਂ ਸਾਡੇ ਅੰਦਰ ਜਾਗਦੀ ਹੈ। ਜੇ ਕੋਈ ਮਾੜਾ ਸੜਨਾ ਹੋਇਆ ਹੋਵੇ ਤੇ ਫਿਰ ਕਹਿੰਦੇ ਆ ਰੱਬਾ ਸਾਡੇ ਨਾਲ ਹੀ ਕਿਉਂ ਹੋਇਆ, ਫਿਰ ਰੱਬ ਤੇ ਦੋਸ਼। ਜੀ ਫਿਰ ਨਹੀਂ ਵੀ ਅਸੀਂ ਤਾਂ ਆਪਣੇ ਆਪ ਵਾਸਤੇ ਕੋਈ ਗਲਤ ਕੰਮ ਕਰਨਾ ਹੀ ਨਹੀਂ ਹੈ। ਦੇਖੋ ਚੀਜ਼ ਨੂੰ ਜਿਹੜੀ ਨੂੰ ਸਮਝਣਾ, ਇਸ ਜਗ੍ਹਾ ਤੇ ਆਪਾਂ ਕਿਉਂ ਗੁਰਬਾਣੀ ਸਾਨੂੰ ਲੈ ਕੇ ਆਉਣਾ ਚਾਹੁੰਦੀ ਹੈ ਕਿ ਅਸੀਂ ਇਹ ਚੀਜ਼ ਨੂੰ ਮਹਿਸੂਸ ਕਰੀਏ ਕਿ ਅਸੀਂ ਆਪਣੇ ਕਰਮ ਕਰੀਏ ਵਧੀਆ, ਤੇ ਫਲ ਪਰਮਾਤਮਾ ਤੇ ਛੱਡ ਦਈਏ। ਦੂਸਰਿਆਂ ਵੱਲ ਵੇਖਣਾ ਅਸੀਂ ਜਰਾ ਛੱਡ ਦਈਏ ਜਾਂ ਘਟਾ ਦਈਏ, ਇਨਸਪੀਰੇਸ਼ਨ ਲਈਏ, ਲੇਕਿਨ ਜੈਲਸੀ ਪਰੇ ਰੱਖੀਏ। ਹਰ ਤਰ੍ਹਾਂ ਦੇ ਵਿਕਾਰ ਤੋਂ ਅਸੀਂ ਬਚ ਕੇ ਜ਼ਿੰਦਗੀ 'ਚ ਅੱਗੇ ਚੱਲਾਂਗੇ, ਫਿਰ ਅਸੀਂ ਜ਼ਿੰਦਗੀ ਵਿੱਚ ਖੁਸ਼ ਰਹਿ ਸਕਦੇ ਹਾਂ। ਜੀ ਆਪਾਂ ਕਿਉਂ ਕੰਮ ਕੋਈ ਕਰ ਰਹੇ ਹਾਂ? ਪਹਿਲੀ ਗੱਲ, ਹਰ ਇੱਕ ਦੀ ਸਾਡੀ ਬੇਸਿਕ ਨੀਡ ਹੈ ਰੋਟੀ, ਕੱਪੜਾ ਔਰ ਮਕਾਨ, ਫੂਡ, ਕਲੋਥਸ ਐਂਡ ਸ਼ੈਲਟਰ। ਇਸ ਕੰਟਰੀ ਵਿੱਚ ਉਸ ਤੋਂ ਵੀ ਉੱਤੇ ਅਸੀਂ ਚਲੇ ਜਾਂਦੇ ਹਾਂ। ਇਹ ਚੀਜ਼ਾਂ ਤੇ ਬੜੀ ਐਵਰੇਜ ਮਾਮੂਲੀ ਜੀ ਗੱਲ ਆ, ਇਹ ਤਾਂ ਸਾਰਿਆਂ ਨੂੰ ਮਿਲ ਹੀ ਰਹੀ ਹੈ। ਲੇਕਿਨ ਇਸ ਤੋਂ ਉੱਤੇ ਜਾ ਕੇ ਸਾਡੀਆਂ ਹੋਰ ਇੱਛਾਵਾਂ ਤੇ ਈਰਖਾਵਾਂ ਸਾਡੀਆਂ ਪੈਦਾ ਹੋ ਜਾਂਦੀਆਂ ਨੇ, ਉਹ ਸਾਨੂੰ ਫਿਰ ਭਟਕਾਈ ਫਿਰਦੀਆਂ ਨੇ। ਰਣਜੀਤ ਜੀ, ਅੱਜ ਦੇ ਆਮ ਬੰਦੇ ਨਹੀਂ, ਜਿਹੜੇ ਰਾਜੇ ਹੋ ਰਹੇ ਨੇ, ਉਹ ਵੀ ਬੜੇ ਬੇਈਮਾਨ ਹੋ ਚੁੱਕੇ ਨੇ ਉੱਤੇ ਤੇ ਉੱਤੇ। ਕੋਈ ਘੱਟ ਨੇ, ਕੋਈ ਜ਼ਿਆਦਾ ਨੇ। ਮੈਨੂੰ ਇਸ ਨਾਲ ਸੰਬੰਧਿਤ ਇੱਕ ਸਟੋਰੀ ਯਾਦ ਆ ਰਹੀ ਹੈ ਕਿ ਇੱਕ ਵਾਰ ਕੀ ਹੋਇਆ, ਕਿਸੇ ਰਾਜੇ ਦਾ ਰਾਜ ਸੀ ਤੇ ਉੱਥੇ ਕਿਸੇ ਢਾਬੇ ਵਾਲੇ ਦਾ ਕਹ ਲਓ ਕੰਮ ਬੜਾ ਚੱਲਦਾ ਸੀ, ਲੋਕ ਕੋ ਬੜਾ ਖਾਣਾ ਖਾਣ ਜਾਂਦੇ ਸੀ, ਤੇ ਉਹਨੇ ਕਿਹਾ ਵੀ ਮੈਂ ਜੇ 5 ਰੁਪਏ ਦੀ ਰੋਟੀ ਦਿੰਦਾ ਵੀ ਮੈਂ 10 ਰੁਪਏ ਦੀ ਕਰ ਦਿਆਂ ਜੀ। ਪਰ ਉਹ ਰਾਜੇ ਤੋਂ ਪੁੱਛੇ ਬਿਨਾਂ ਕਰ ਨਹੀਂ ਸੀ ਸਕਦਾ ਜੀ। ਉੱਥੇ ਅਸੂਲ ਸੀ ਕਿ ਬਿਜ਼ਨਸਮੈਨ ਨੇ ਜੋ ਪ੍ਰਾਈਸ ਚੱਕਣੇ ਆ ਤੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਜੀ। ਰਾਜੇ ਕੋਲ ਗਿਆ ਤੇ ਰਾਜੇ ਨੂੰ ਕਹਿੰਦਾ, ਮਹਾਰਾਜ ਮੈਂ ਚਾਹੁੰਦਾ ਵੀ ਮੈਂ 10 ਰੁਪਏ ਦੀ ਵੇਚਾਂ, ਮੈਨੂੰ ਇਜਾਜ਼ਤ ਦਿਓ ਇਸ ਚੀਜ਼ ਦੀ। ਤੇ ਰਾਜਾ ਕਹਿੰਦਾ, ਓਏ ਕਹਿੰਦਾ ਜਨਤਾ ਦਾ ਤਰਾ ਕਰ ਉੱਠੂਗੀ, ਇੱਦਾਂ ਕਿੱਦਾਂ, ਇਹ ਆ ਉਹ ਆ। ਮਹਾਰਾਜ ਪਰ ਦੇਖੋ ਖਰਚੇ ਵੀ ਬਹੁਤ ਹੋ ਰਹੇ ਆ, ਮਹਿੰਗਾਈ ਹੋ ਰਹੀ ਹੈ। ਰਾਜੇ ਨੇ ਮੰਤਰੀ ਨੂੰ ਕਿਤੇ ਫੂਕ ਮਾਰੀ ਕੰਚ, ਕਹਿੰਦਾ ਜਾ ਕੇ ਉਹਨੂੰ ਦੱਸ ਦੇ। ਉਹ ਕਹਿੰਦਾ ਮਹਾਰਾਜ ਕਹਿੰਦੇ ਆ ਤੂੰ ਜਾ ਕੇ ਰੋਟੀ 30 ਰੁਪਏ ਦੀ ਕਰ ਦੇ। ਹੈ ਕਹਿੰਦਾ ਪਰ ਫਿਰ ਤਾਂ ਲੋਕਾਂ ਨੇ ਬਹੁਤ ਰੌਲਾ ਪਾਉਣਾ ਆ। ਕਹਿੰਦਾ ਉਸ ਤੋਂ ਬਾਅਦ ਤੈਨੂੰ ਅਸੀਂ ਇੱਥੇ ਬੁਲਾਵਾਂਗੇ, ਫਿਰ ਆਪੇ ਸੰਭਾਲ ਲਾਂਗੇ, ਤੇ ਤੂੰ ਇੱਦਾਂ ਕਰਨਾ ਹਰ ਮਹੀਨੇ ਜਿਹੜਾ ਇੰਨਾ ਪੈਸਾ ਇੱਥੇ ਮਹਾਰਾਜ ਕੋ ਦੇ ਜਾ ਕਰਨਾ ਸਾਨੂੰ, ਸਾਡੇ ਖਜ਼ਾਨੇ 'ਚ। ਕਹਿੰਦਾ ਠੀਕ ਹੈ। ਅਗਲੇ ਦਿਨ ਉਹਨੇ ਜਾ ਕੇ ਰੋਟੀ ਜੀ 30 ਰੁਪਏ ਦੀ ਕਰਤੀ। ਲੋਕੀ ਰੌਲਾ ਪਾਉਣ ਲੱਗ ਪਏ, ਉਹ ਇੰਨੀ ਮਹਿੰਗੀ। ਕਹਿੰਦਾ ਮੈਂ ਤਾਂ ਇਹਨੇ ਦੀ ਵੇਚਣੀ ਆ, ਖਾਣੀ ਖਾਓ ਨਹੀਂ ਤਾਂ ਨਾ ਸਹੀ।
ਬਈ ਹੋਰ ਕੋਈ ਕੰਪੀਟੀਸ਼ਨ ਨਹੀਂ ਸੀ ਉੱਥੇ, ਤੇ ਲੋਕ ਮਹਾਰਾਜ ਕੋਲ ਚਲੇ ਗਏ। ਕਹਿੰਦੇ ਵੀ ਮਹਾਰਾਜ ਦੇਖੋ ਆ, ਤੇ ਮਹਾਰਾਜ ਨੂੰ ਗੁੱਸਾ ਚੜਿਆ, ਅੱਖਾਂ ਦਿਖਾਈਆਂ, ਜਾਓ ਉਸਕੋ ਫੌਰਨ ਲੈ ਕੇ ਆਓ। ਉਹਨੂੰ ਫੜ ਕੇ ਲੈ ਆਏ ਜੀ। ਤੂੰ ਰੋਟੀ ਇੰਨੀ ਮਹਿੰਗੀ ਕਰਤੀ। ਮਹਾਰਾਜ ਕੀ ਕਰਾਂ, ਖਰਚਾ ਨਹੀਂ ਪੂਰਾ ਹੁੰਦਾ ਜੀ। ਕਹਿੰਦਾ ਤੈਨੂੰ ਹੁਣੇ ਹੁਕਮ ਦਿੱਤਾ ਜਾਂਦਾ ਕਿ ਜਿੰਨੀ ਇਹ ਤੇਰੀ ਕੀਮਤ ਤੂੰ ਰੋਟੀ ਦੀ ਰੱਖੀ ਆ, ਇਹ ਕੱਲ ਤੋਂ ਅੱਧੀ ਕਰ ਦਿੱਤੀ ਜਾਵੇ। ਜੇ ਨਾ ਹੋਇਆ ਤਾਂ ਤੈਨੂੰ ਅਸੀਂ ਫਾਂਸੀ ਚੜਾ ਦੇਵਾਂਗੇ। ਠੀਕ ਹੈ ਮਹਾਰਾਜ। ਤੋ ਚਲਾ ਗਿਆ ਜੀ ਉਹ। ਜਨਤਾ ਵੀ ਖੁਸ਼ ਹੋ ਗਈ ਵੀ ਠੀਕ ਆ, ਅੱਧੀ ਕਰਵਾਤੀ। ਪਰ ਬਾਅਦ 'ਚ ਉਹਨੂੰ ਸਮਝ ਨਹੀਂ ਆਈ, ਇਹ ਨਹੀਂ ਪਤਾ ਜੇ 10 ਦੀ ਕਰਨਾ ਚਾਹੁੰਦਾ ਸੀ 15 ਦੀ ਕਰਵਾ ਕੇ ਵਿਚਾਰੇ ਉੱਥੋਂ ਮੁੜੇ ਆ। ਸਾਡੀ ਬਹੁਤੀ ਜਨਤਾ ਅੱਜ ਕੱਲ੍ਹ ਇਸੇ ਤਰ੍ਹਾਂ ਦੀ ਹੋ ਚੁੱਕੀ ਹੈ। ਗੁਰਬਾਣੀ ਅਸੀਂ ਕਿਉਂ ਪੜ੍ਹਨੀ ਹੈ? ਕਿ ਸਾਡਾ ਮਨ ਐਟ ਪੀਸ ਰਵੇ, ਸੁਖੀ ਰਵੇ, ਚੈਨ ਨਾ ਰਵੇ। ਇੱਦਾਂ ਦੀਆਂ ਗੱਲਾਂ ਅਸੀਂ ਤਾਂ ਸਮਝਣੀਆਂ ਕਿ ਅਸੀਂ ਭੇਡਾਂ ਵਾਂਗੂ ਕਿਸੇ ਦੇ ਮਗਰ ਨਾ ਲੱਗੀਏ। ਅਸੀਂ ਜਿਹੜੀਆਂ, ਚਲੋ ਦੁਨੀਆ ਬਹੁਤ ਚੁਸਤ ਚਲਾਕ ਲੋਕਾਂ ਨਾਲ ਰਣਜੀਤ ਜੀ ਭਰੀ ਹੋਈ ਹੈ, ਉਹਨਾਂ ਤੋਂ ਆਪ ਵੀ ਬਚਣਾ, ਆਪਣੇ ਬੱਚਿਆਂ ਨੂੰ ਵੀ ਬਚਾਉਣਾ, ਤੇ ਹੋ ਸਕੇ ਤੇ ਦੂਸਰਿਆਂ ਦਾ ਵੀ ਕਿਤੇ ਭਲਾ ਹੋ ਸਕੇ, ਤੇ ਮਾੜੇ ਬੰਦਿਆਂ ਤੋਂ ਉਹਨਾਂ ਦਾ ਵੀ ਭਲਾ ਕਰਨਾ। ਇਸ ਲਈ ਸਾਨੂੰ ਜਿੱਥੇ ਦੁਨਿਆਵੀ ਚੁਸਤੀ, ਚਲਾਕੀ, ਹੁਸ਼ਿਆਰੀ, ਪੜ੍ਹਾਈ, ਐਜੂਕੇਸ਼ਨ, ਨੌਲੇਜ ਕੰਮ ਆਉਣੀ ਹੈ, ਇਸ ਤੋਂ ਵੀ ਉੱਤੇ ਚੀਜ਼ ਹੈ ਸਾਡੀ ਸਪਿਰਚੁਅਲਿਸਟਿਕ ਚੀਜ਼, ਜੋ ਕਿ ਸਾਨੂੰ ਪੈਸੇ ਦੇ ਨਾਲ ਪੀਸ ਤੇ ਖੁਸ਼ੀ ਨਹੀਂ ਮਿਲ ਸਕਦੀ। ਉਹ ਅਸੀਂ ਸਪਿਰਚੁਅਲ ਚੀਜ਼ਾਂ ਤੋਂ ਲੈਣੀ ਹੈ। ਜੇ ਅਸੀਂ ਸਪਿਰਚੁਅਲ ਚੀਜ਼ਾਂ ਨੂੰ ਪੈਰਲਲੀ ਚੱਲ ਕੇ ਇਹ ਨੌਲੇਜ ਵੀ ਗੇਨ ਕਰਦੇ ਰਵਾਂਗੇ ਤੇ ਇਸ ਨੂੰ ਅਪਲਾਈ ਕਰਾਂਗੇ ਨਾ ਰਣਜੀਤ ਜੀ, ਜੀ ਬਿਲਕੁਲ, ਫੇਰ ਹੀ ਸਾਡੀ ਜ਼ਿੰਦਗੀ ਦੇ, ਤੁਹਾਡੇ, ਸਾਡੇ ਦਿਲਾਂ ਦੇ ਤੇ ਸਦਾ ਖੁਸ਼ੀਆਂ ਦੇ ਨਾਲ ਮਹਿਕਦੇ ਰਹਿਣਗੇ। चाहे कोई भी हो, मोती की तरह होना चाहिए। दिखने में छोटा सा हो पर कीमती और अनमोल होना चाहिए। उम्मीद करते हैं कि पहले प्रोग्रामां की तरह तुहानूं इस हफ्ते का प्रोग्राम भी पसंद आया होगा। अपनी फीडबैक देंदे रहना। हुण मिलदे हां असीं अगले हफ्ते एक नवा प्रोग्राम लैके। तब तक तुहाडा ते साडा रब रखा।